ਗੁੱਡ ਮਾਰਨਿੰਗ ਸਟੂਡੈਂਟਸ BA1 ਬੇਟਾ ਅੱਜ ਆਪਾਂ ਡਿਸਕਸ ਕਰਨਾ ਹੈਗਾ ਲੋਕਤੰਤਰ ਦਾ ਮਾਰਕਸਵਾਦੀ ਸਿਧਾਂਤ ਮਾਰਕਸਿਸਟ ਥਿਊਰੀ ਆਫ ਦੀ ਡੈਮੋਕ੍ਰੇਸੀ। ਮਾਰਕਸਿਸਟ ਥਿਊਰੀ ਆਫ ਦੀ ਡੈਮੋਕ੍ਰੇਸੀ ਦੇਖੋ, ਡੈਮੋਕ੍ਰੇਸੀ ਜਿਹੜੀ ਹੈਗੀ ਹੈ ਬਹੁਤ ਸਾਰੇ ਵਿਦਵਾਨ ਜਿਹੜੇ ਹੈਗੇ ਨੇ ਇਹਦੇ ਬਾਰੇ ਆਪਣੇ ਵੱਖ-ਵੱਖ ਵਿਚਾਰ ਜਿਹੜੇ ਹੈਗੇ ਨੇ ਉਹ ਪ੍ਰਗਟ ਕਰ ਚੁੱਕੇ ਨੇ। ਠੀਕ ਹੈ, ਐਲੀਟ ਥਿਊਰੀ ਹੈ, ਸਿੰਪਲ ਡੈਮੋਕ੍ਰੇਟਿਕ ਫਾਰਮ ਹੈ, ਡਾਇਰੈਕਟ ਫਾਰਮ ਹੈ, ਇਨਡਾਇਰੈਕਟ ਫਾਰਮ ਹੈ। ਸੋ ਦੇਰ ਆਰ ਦ ਲੋਟਸ ਆਫ ਕਾइंड ਆਫ ਦੀ ਡੈਮੋਕ੍ਰੇਸੀ। ਬਟ ਜਿਹੜੀ ਆਪਾਂ ਮਾਰਕਸਿਸਟ ਜਿਹੜਾ ਹੈਗਾ ਜਾਂ ਮਾਰਕਸਵਾਦ ਜਿਹੜਾ ਹੈਗਾ ਉਹ ਇਹ ਕੀ ਕਹਿੰਦਾ ਹੈ, ਉਹ ਸਾਰੀਆਂ ਧਾਰਨਾਵਾਂ ਤੋਂ ਬਿਲਕੁਲ ਆਪੋਜ਼ਿਟ ਹੈ। ਆਪਾਂ ਇਹ ਕਹਿੰਦੇ ਆ ਕਿ ਲੋਕਤੰਤਰਿਕ ਸਮਾਜ ਉਹ ਸਮਾਜ ਹੈ ਜਿਸ ਦੇ ਵਿੱਚ ਸਭ ਨੂੰ ਸਮਾਨਤਾ, ਸੁਤੰਤਰਤਾ, ਠੀਕ ਹੈ, ਸਾਰਿਆਂ ਨੂੰ ਇਕੁਐਲਿਟੀ ਹੋਵੇ, ਸਭ ਨੂੰ ਰਾਈਟਸ ਮਿਲਣ, ਫੋਰ ਦ ਪੀਪਲ, ਬਾਏ ਦ ਪੀਪਲ, ਟੂ ਦ ਪੀਪਲ ਹੈ। ਸੋ ਇਹ ਸਾਰੇ ਜਿਹੜੇ ਵਿਚਾਰ ਨੇ ਡੈਮੋਕ੍ਰੇਸੀ ਜਦੋਂ ਆਪਾਂ ਗੱਲ ਕਰਦੇ ਤਾਂ ਆਪਣੇ ਮਾਈਂਡ ਵਿੱਚ ਆਉਂਦੇ ਨੇ। ਬਟ ਜਿਹੜਾ ਮਾਰਕਸਿਸਟ ਹੈ ਉਹਦੇ ਵਿਚਾਰ ਇਹਨਾਂ ਤੋਂ ਬਿਲਕੁਲ ਉਲਟ ਨੇ। ਮਾਰਕਸਿਸਟ ਕਹਿੰਦਾ ਹੈ ਕਿ ਸਮਾਜ ਵਿੱਚ ਪਾਏ ਜਾਣ ਵਾਲੇ ਆਰਥਿਕ ਸੰਬੰਧ ਹੀ ਇਹ ਨਿਸ਼ਚਿਤ ਕਰਦੇ ਹਨ ਕਿ ਉਹ ਵਿਵਸਥਾ ਲੋਕਤੰਤਰਿਕ ਹੈ ਜਾਂ ਫਿਰ ਨਹੀਂ ਹੈ। ਮੀਨਜ਼ ਉਤਪਾਦਨ ਦੇ ਸਾਧਨ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਕਿਸ ਦਾ ਹੱਕ ਹੈ, ਇਹ ਚੀਜ਼ ਡਿਸਾਈਡ ਕਰਦੀ ਹੈ ਕਿ ਕਿਆ ਉਹ ਰਾਜਨੀਤਿਕ ਵਿਵਸਥਾ ਲੋਕਤੰਤਰਿਕ ਹੈ ਜਾਂ ਫਿਰ ਨਹੀਂ ਹੈ। ਅਕੋਰਡਿੰਗ ਟੂ ਦਾ ਮਾਰਕਸਵਾਦ ਉਹਨੇ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਨੇ, ਤਿੰਨ ਜਿਹੜੇ ਸਿਰਲੇਖ ਨੇ ਉਹਨਾਂ ਦੇ ਵਿੱਚ ਵੰਡਿਆ ਗਿਆ ਹੈ ਆਪਣੇ ਵਿਚਾਰਾਂ ਨੂੰ। ਨੰਬਰ 1 ਪੂੰਜੀਪਤੀ ਲੋਕਤੰਤਰ, ਬੁਲਗੇਰੀਅਸ ਕੈਪੀਟਲਿਸਟ ਥਿਊਰੀ ਡੈਮੋਕ੍ਰੇਟਿਕ। ਉਸ ਤੋਂ ਬਾਅਦ ਹੈ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਤੇ ਤੀਸਰਾ ਹੈ ਸਮਾਜਵਾਦੀ ਲੋਕਤੰਤਰ। ਸਭ ਤੋਂ ਪਹਿਲਾਂ ਪੂੰਜੀਪਤੀ ਲੋਕਤੰਤਰ। ਪੂੰਜੀਪਤੀ ਮੀਨਸ ਪੈਸਾ, ਠੀਕ ਹੈ। ਕੈਪੀਟਲਿਸਟ ਜਿਸ ਨੂੰ ਆਪਾਂ ਕਹਿੰਦੇ ਆ ਕੈਪੀਟਲਿਸਟ, ਫਰਸਟ ਫਾਰਮ ਜਿਹੜੀ ਹੈਗੀ ਇਹਦੀ ਕੈਪੀਟਲਿਸਟ ਹੈ, ਜਿਸ ਨੂੰ ਉਹ ਬੁਲਗੇਰੀਅਸ ਵੀ ਕਹਿ ਦਿੰਦਾ ਹੈ, ਠੀਕ ਹੈ, ਬੁਲਗੇਰੀਅਸ ਵੀ ਕਹਿ ਦਿੰਦਾ ਹੈ ਕਾਰਲ ਮਾਰਕਸ। ਉਹ ਇਹ ਕਹਿੰਦਾ ਹੈ ਬੁਜ਼ਰੂਆ ਜਿਹੜਾ ਵਰਡ ਹੈ ਉਹ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਦੁਕਾਨਦਾਰੀ ਕਰਨ ਵਾਲਾ ਮੱਧ ਵਰਗ, ਸ਼ੌਪ ਕੀਪਿੰਗ ਮਿਡਲ ਕਲਾਸ। ਦੈਟ ਇਜ਼ ਕਾਲਡ ਅ ਸ਼ੌਪ ਕੀਪਿੰਗ ਮਿਡਲ ਕਲਾਸ, ਠੀਕ ਹੈ। ਇਹ ਉਹ ਵਰਗ ਹੈ ਜਿਹੜਾ ਦੁਕਾਨਦਾਰੀ ਕਰਦਾ ਹੈ, ਮਿਡਲ ਕਲਾਸ ਦਾ ਵਰਗ ਹੈ ਜਿਹੜਾ ਦੁਕਾਨਦਾਰੀ ਕਰਦਾ ਹੈ, ਮੀਨਸ ਪੈਸਾ ਕਮਾਉਂਦਾ ਹੈ। ਮਾਰਕਸਵਾਦੀਆਂ ਨੇ ਇਹ ਸ਼ਬਦ ਦਾ ਪ੍ਰਯੋਗ ਮੱਧ ਵਰਗ, ਪੂੰਜੀਪਤੀ ਵਰਗ ਅਤੇ ਗੈਰ ਸਮਾਜੀ ਵਿਵਸਥਾ ਦੇ ਲਈ ਕੀਤਾ ਹੈ। ਪੂੰਜੀਪਤੀ ਲੋਕਤੰਤਰ ਦੀ ਆਲੋਚਨਾ, ਜਿਹੜਾ ਮਾਰਕਸਿਸਟ ਹੈ ਉਹ ਪੂੰਜੀਪਤੀ ਲੋਕਤੰਤਰ ਦੇ ਬਿਲਕੁਲ ਖਿਲਾਫ ਹੈ, ਬਿਲਕੁਲ ਅਗੇਂਸਟ ਹੈ। ਉਹ ਕਿਉਂ ਹੈ? ਨੰਬਰ 1 ਮਾਰਕਸਵਾਦ ਇਹ ਕਹਿੰਦਾ ਹੈ ਕਿ ਬੁਜ਼ੁਰਗਾ ਲੋਕਤੰਤਰ ਅਲਪਸੰਖਿਅਕ ਪੂੰਜੀਪਤਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ। ਬੁਲਗੇਰੀਅਸ ਡੈਮੋਕ੍ਰੇਟਿਕ ਪ੍ਰੋਟੈਕਟਸ ਦਾ ਇੰਟਰਸਟ ਆਫ ਦੀ ਮਾਈਨੋਰਿਟੀ ਆਫ ਦੀ ਕੈਪੀਟਲਿਸਟ। ਮੀਨਸ ਇਹ ਜਿਹੜਾ ਸਮਾਜ ਹੈ, ਜਿਹੜਾ ਕੈਪੀਟਲਿਸਟਿਕ ਸਮਾਜ ਹੈ, ਜਿਹੜਾ ਬਜ਼ੁਰਗਾ ਸਮਾਜ ਹੈ, ਜਿਹੜਾ ਮਨੀ ਬੇਸਡ ਹੈ, ਜਿਹਨੂੰ ਦੁਕਾਨਦਾਰੀ ਹੀ ਕਰਨੀ ਆਉਂਦੀ ਹੈ, ਇਹ ਜਿਹੜਾ ਵਰਗ ਹੈ ਇਹ ਸਿਰਫ ਔਰ ਸਿਰਫ ਉਹਨਾਂ ਕਿਹਨਾਂ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ? ਸਿਰਫ ਔਰ ਸਿਰਫ ਜਿਹੜੇ ਪੂੰਜੀਪਤੀ ਲੋਕ ਨੇ, ਪੈਸੇ ਵਾਲੇ ਲੋਕ ਨੇ, ਮਿਡਲ ਕਲਾਸ ਦੁਕਾਨਦਾਰ ਲੋਕ ਨੇ, ਸਿਰਫ ਉਹਨਾਂ ਦੇ ਹੱਕਾਂ ਦੀ ਹੀ ਗੱਲ ਕਰਦਾ ਹੈ। ਪੂੰਜੀਪਤੀ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਨੇ। ਪੂੰਜੀਪਤੀ ਜਿਹੜੇ ਹੈਗੇ ਨੇ, ਕੈਪੀਟਲਿਸਟ ਜਿਹੜੇ ਹੈਗੇ ਨੇ, ਉਹ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਨੇ। ਯੂ ਸਪੋਜ਼ ਦੈਟ ਕਿ ਅਗਰ ਮੈਂ ਕੋਈ ਚੀਜ਼ 1000 ਰੁਪੀਜ਼ ਦੀ ਖਰੀਦੀ ਹੈ, ਠੀਕ ਹੈ, ਸਪੋਜ਼ ਕਰੋ ਮੈਂ ਕੋਈ ਜੀਨ ਟੌਪ ਹੈ ਉਹ ਮੈਂ 1000 ਰੁਪੀਜ਼ ਦਾ ਖਰੀਦਿਆ। ਸਪੋਜ਼ ਕਰੋ ਉਸ ਦੇ ਵਿੱਚੋਂ 400 ਰੁਪੀਜ਼ ਦਾ ਕੱਪੜਾ ਆਉਂਦਾ ਹੈ, ਠੀਕ ਹੈ, ਕਲੋਥ ਆਉਂਦਾ ਹੈ। ਉਸ ਦੇ ਵਿੱਚ 500 ਰੁਪੀਜ਼ ਜਿਹੜੇ ਹੈਗੇ ਨੇ ਉਹ ਲੇਬਰ ਕਲਾਸ ਆਪਣਾ ਕੰਮ ਕਰਦੀ ਹੈ 500 ਰੁਪੀਜ਼ ਦਾ, ਅਤੇ 100 ਰੁਪੀਜ਼ ਜਿਹੜੇ ਹੈਗੇ ਨੇ ਜਾਂ 50 ਰੁਪੀਜ਼ ਜਿਹੜੇ ਹੈਗੇ ਨੇ ਮੰਨ ਲਓ ਕਿ ਬਾਕੀ ਐਕਸੈਸਰੀਜ਼ ਦਾ ਖਰਚਾ ਆ ਜਾਂਦਾ, ਬਿਜਲੀ ਦਾ ਖਰਚਾ ਆ ਜਾਂਦਾ ਜਾਂ ਟਰਾਂਸਪੋਰਟ ਦਾ ਖਰਚਾ ਆ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਕਿੰਨਾ ਟੋਟਲ ਹੋਇਆ ਇਹਦਾ ਬੇਟਾ? 950 1000 ਮਾਈਨਸ 950 ਜਿਹੜਾ ਹੈਗਾ ਦੈਟ ਇਜ਼ ਕਾਲਡ 50 ਰੁਪੀਜ਼। ਯਾਨੀ ਕਿ ਜਿਹੜੇ 50 ਰੁਪੀਜ਼ ਦਾ ਜਿਹੜਾ ਫਾਇਦਾ ਹੋਇਆ ਹੈ ਇਹ ਕੀ ਕਰਦੇ ਨੇ ਕੈਪੀਟਲਿਸਟ ਆਪਣੀ ਪੋਕਟ ਦੇ ਵਿੱਚ ਪਾ ਲੈਂਦੇ ਨੇ। ਜਦ ਕਿ ਇੱਕ ਪੈਸਾ ਕਿਸ ਨੂੰ ਮਿਲਣਾ ਚਾਹੀਦਾ ਹੈ ਕਿ ਜਿਹੜਾ ਮਾਰਕਸਿਸਟ ਉਹ ਕਿਸ ਨੂੰ ਕਹਿੰਦਾ ਹੈ ਕਿ ਲੇਬਰ ਕਲਾਸ ਸਭ ਤੋਂ ਵੱਧ ਕੰਮ ਕਰਦੀ ਹੈ। 500 ਰੁਪਏ ਦਾ ਕੰਮ ਸਿਰਫ ਔਰ ਸਿਰਫ ਲੇਬਰ ਕਲਾਸ ਨੇ ਕੀਤਾ ਹੈ, ਤਾਂ ਜਿਹੜੇ 50 ਰੁਪੀਜ਼ ਦਾ ਜਿਹੜਾ ਪ੍ਰੋਫਿਟ ਹੋਇਆ ਹੈ ਉਹ ਸਾਰਾ ਕਿਸ ਨੂੰ ਜਾਣਾ ਚਾਹੀਦਾ? ਲੇਬਰ ਕਲਾਸ ਨੂੰ ਜਾਣਾ ਚਾਹੀਦਾ। ਲੇਕਿਨ ਕੈਪੀਟਲਿਸਟ ਕੀ ਕਰਦੇ ਨੇ? ਉਹ ਸਾਰਾ ਪੈਸਾ ਆਪਣੇ ਹੱਕ ਦੇ ਵਿੱਚ ਰੱਖਦੇ ਨੇ, ਉਹ ਸਾਰਾ ਪੈਸਾ ਆਪਣੀ ਪੋਕਟ ਦੇ ਵਿੱਚ ਪਾਉਂਦੇ ਨੇ। ਸੋ ਦੈਟ ਇਜ਼ ਕਾਲਡ ਦੇ ਸੈਡ ਦੈਟ ਕਿ ਜਿਹੜੇ ਪੂੰਜੀਪਤੀ ਲੋਕ ਨੇ ਇਹ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਨੇ। ਉਸ ਤੋਂ ਬਾਅਦ ਮਜ਼ਦੂਰ ਰਾਜਨੀਤਿਕ ਅਧਿਕਾਰਾਂ ਦਾ ਪ੍ਰਯੋਗ ਨਹੀਂ ਕਰ ਪਾਉਂਦੇ। ਜਿਹੜੇ ਮਜ਼ਦੂਰ ਨੇ ਉਹ ਰਾਜਨੀਤਿਕ ਅਧਿਕਾਰਾਂ ਦਾ ਪ੍ਰਯੋਗ ਨਹੀਂ ਕਰ ਪਾਉਂਦੇ। ਨੰਬਰ 1 ਆਰਥਿਕ ਗਰੀਬੀ ਕਾਰਨ ਉਹਨਾਂ ਨੂੰ ਰਾਜਨੀਤਿਕ ਸਮੱਸਿਆ ਬਾਰੇ ਸੋਚਣ ਦਾ ਟਾਈਮ ਹੀ ਨਹੀਂ ਮਿਲਦਾ, ਕਿਉਂਕਿ ਇੱਕ ਮਜ਼ਦੂਰ ਹੈ ਬੇਟਾ,
ਉਹਨੂੰ ਪਤਾ ਹੈ ਕਿ ਸਵੇਰੇ ਜਾਂਦਾ ਹੈ ਅਤੇ ਸ਼ਾਮ ਨੂੰ ਅਗਰ ਉਹ ਕੰਮ ਕਰਕੇ ਆਉਂਦਾ ਹੈ ਤਾਂ ਉਹਦਾ ਪਰਿਵਾਰ ਜਿਹੜਾ ਹੈਗਾ ਉਹ ਖਾਣਾ ਖਾ ਸਕਦਾ ਹੈ। ਸੋ ਇਸ ਕਰਕੇ ਇਹੋ ਜਿਹਾ ਮਜ਼ਦੂਰ ਕਦੀ ਵੀ ਰਾਜਨੀਤਿਕ ਦੇ ਬਾਰੇ, ਕਦੀ ਵੀ ਪੋਲੀਟਿਕਸ ਦੇ ਬਾਰੇ ਸੋਚਦਾ ਨਹੀਂ ਹੈ, ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ, ਹੈ ਨਾ। ਉਸ ਤੋਂ ਬਾਅਦ ਹੈ, ਉਹ ਸੁਤੰਤਰਤਾਪੂਰਨ ਆਪਣੇ ਮਤ ਦਾ ਪ੍ਰਯੋਗ ਨਹੀਂ ਕਰ ਪਾਉਂਦੇ, ਕਿਉਂਕਿ ਉਹ ਲਾਲਚ ਦੇ ਵਿੱਚ ਆ ਕਰ ਕਈ ਵਾਰੀ ਆਪਣਾ ਵੋਟ ਵੇਚ ਦਿੰਦੇ ਨੇ। ਹੁਣ ਸਪੋਜ਼ ਕਰੋ, ਅਗਰ ਮੈਂ ਦਿਨ ਦੇ ਵਿੱਚ ਸਿਰਫ 300 ਰੁਪਇਆ ਕਮਾ ਰਹੀ ਹਾਂ, ਠੀਕ ਹੈ, ਔਰ ਮੈਂ ਸਵੇਰੇ ਜਾਂਦੀ ਹਾਂ, ਸ਼ਾਮ ਨੂੰ ਵਾਪਸ ਆਉਂਦੀ ਹਾਂ ਅਤੇ 300 ਰੁਪਇਆ ਮੈਨੂੰ ਮਿਲਦਾ ਹੈ। ਅਗਰ ਸਪੋਜ਼ ਕਰੋ ਕੋਈ ਪੋਲੀਟੀਕਲ ਪਾਰਟੀ ਜਾਂ ਕੋਈ ਰਾਜਨੀਤਿਕ ਨੇਤਾ ਮੈਨੂੰ ਆ ਕੇ ਇਹ ਕਹਿੰਦਾ ਹੈ ਕਿ ਤੈਨੂੰ ਅਸੀਂ 1000 ਰੁਪੀਜ਼ ਦੇ ਦਾਂਗੇ, ਤੂੰ ਆਪਣਾ ਜਿਹੜਾ ਵੋਟ ਹੈ ਉਹ ਸਾਡੀ ਪਾਰਟੀ ਵੱਲ ਦੇ ਦੋ, ਸੋ ਵਾਈ ਸ਼ੁਡ ਹੈ ਨਾ। ਮੈਂ ਜਿਹੜਾ ਹੈਗਾ ਕਿਉਂ ਨਹੀਂ ਪ੍ਰਯੋਗ ਕਰੂੰਗੀ ਬੇਟਾ ਇਸ ਚੀਜ਼ ਨੂੰ, ਕਿਉਂਕਿ ਜਿੱਥੇ ਮੈਂ ਕੋਈ ਬੰਦਾ 300 ਰੁਪਇਆ ਕਮਾ ਰਿਹਾ ਔਰ ਉਹਨੂੰ ਇੱਕ ਝਟਕੇ ਦੇ ਵਿੱਚ 1000 ਰੁਪਇਆ 1500 ਰੁਪਇਆ ਮਿਲ ਜਾਂਦਾ ਸਿਰਫ ਇੱਕ ਵੋਟ ਪਿੱਛੇ, ਤਾਂ ਉਹ ਜਿਹੜਾ ਹੈਗਾ ਲਾਲਚ ਦੇ ਵਿੱਚ ਆ ਜਾਂਦਾ ਹੈ। ਗਰੀਬ ਵਿਅਕਤੀ ਧਨ ਦੀ ਥੋੜ ਕਾਰਨ ਜਿਹੜਾ ਹੈਗਾ ਉਹ ਚੋਣ ਨਹੀਂ ਲੜ ਸਕਦਾ, ਕੁਆਇਟ ਆਬਵੀਅਸ, ਕਿਉਂਕਿ ਚੁਣਾਵ ਲੜਨ ਦੇ ਲਈ ਬਹੁਤ ਪੈਸਾ ਖਰਚ ਹੁੰਦਾ ਹੈ, ਔਰ ਜਿਹੜਾ ਗਰੀਬ ਆਦਮੀ ਹੈ ਉਹ ਨਹੀਂ ਲੜ ਸਕਦਾ ਕਿਉਂਕਿ ਉਹਦੇ ਕੋਲ ਉਨੀ ਕੈਪੇਬਿਲਿਟੀ ਨਹੀਂ ਹੁੰਦੀ। ਉਸ ਤੋਂ ਬਾਅਦ ਹੈ, ਪ੍ਰੈਸ ਅਤੇ ਪ੍ਰਚਾਰ ਦੇ ਸਾਧਨ ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਨੇ। ਹੁਣ ਮਾਰਕਸਿਸਟ ਇਹ ਕਹਿੰਦਾ ਹੈ, ਪ੍ਰੈਸ ਐਂਡ ਮਾਸ ਮੀਡੀਆ ਸੇਫਗਾਰਡਸ ਦਾ ਇੰਟਰਸਟ ਆਫ ਦੀ ਰਿਚ ਪੀਪਲ। ਉਹ ਇਹ ਕਹਿੰਦਾ ਹੈ ਕਿ ਜਿਹੜੇ ਪ੍ਰੈਸ ਅਤੇ ਮੀਡੀਆ ਹੈ ਇਹ ਸਿਰਫ ਔਰ ਸਿਰਫ ਕਿਹਦੇ ਇਸ਼ਾਰੇ 'ਤੇ ਚੱਲਦੇ ਨੇ, ਅਮੀਰ ਲੋਕਾਂ ਦੇ, ਗਰੀਬ ਲੋਕਾਂ ਦਾ ਜਿਹੜਾ ਹੈਗਾ ਉਹ ਕੋਈ ਵੀ ਭਲਾ ਨਹੀਂ ਸੋਚਦਾ। ਉਸ ਤੋਂ ਬਾਅਦ ਹੈ, ਵਿੱਦਿਆ, ਧਰਮ, ਸੱਭਿਆਚਾਰ ਦਾ ਪ੍ਰਯੋਗ ਅਮੀਰਾਂ ਦੇ ਹਿੱਤਾਂ ਦੇ ਵਿਕਾਸ ਦੇ ਲਈ ਕੀਤਾ ਹੈ। use of the educational, religion and culture to promote the interest of the rich। ਕਾਰਲ ਮਾਰਕਸ ਨੇ ਇਤਿਹਾਸ ਤੇ ਭੌਤਿਕਵਾਦੀ ਵਿਆਖਿਆ ਕੀਤੀ ਅਤੇ ਸਾਬਿਤ ਕੀਤਾ ਕਿ ਪੂੰਜੀਪਤੀ ਸਮਾਜ ਦੇ ਵਿੱਚ, ਇਹ ਪੂੰਜੀਪਤੀ ਸਮਾਜ ਦੀ ਗੱਲ ਹੋ ਰਹੀ ਹੈ, ਜਿੱਥੇ ਪੈਸਾ ਪ੍ਰਧਾਨ ਹੈ ਉੱਥੇ ਕੀ ਹੁੰਦਾ ਹੈ, ਉੱਥੇ ਸਮਾਜ ਕਿਹੋ ਜਿਹਾ ਹੈ, ਇਹ ਉਹਦੀ ਗੱਲ ਕਰਦਾ ਹੈ। ਸਮਾਜ ਵਿੱਚ ਵਿੱਦਿਆ, ਧਰਮ ਅਤੇ ਸੱਭਿਆਚਾਰ ਦਾ ਪ੍ਰਸਾਰ ਸਿਰਫ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਕਿ ਮਜ਼ਦੂਰਾਂ ਵਿੱਚ ਸੰਤੋਖ ਦੀ ਭਾਵਨਾ ਉਤਪੰਨ ਹੋਵੇ ਔਰ ਬਾਕੀ ਜਿਹੜੇ ਵਰਗ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਉਤਸ਼ਾਹ ਮਿਲੇ, ਯਾਨੀ ਕਿ ਪੂੰਜੀਪਤੀ ਸਮਾਜ ਦੇ ਵਿੱਚ ਪੂਅਰ ਬਿਕਮਸ ਪੂਅਰਰ ਔਰ ਰਿਚ ਬਿਕਮਸ ਰਿਚਰ ਬਣਦਾ ਜਾਂਦਾ ਹੈ। ਪੁਲਿਸ, ਸੈਨਾ, ਅਦਾਲਤਾਂ ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦੀਆਂ ਨੇ। ਜਿੰਨੀਆਂ ਵੀ ਪੁਲਿਸ ਨੇ, ਮਿਲਟਰੀ ਨੇ ਔਰ ਜਿਹੜੇ ਕੋਰਟਸ ਨੇ, ਸਿਰਫ ਪ੍ਰੋਟੈਕਸ਼ਨ ਕਿਹਦੀ ਕਰਦੇ ਨੇ, ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ। ਗਰੀਬ ਆਦਮੀ ਵਿਚਾਰਾ ਚੱਪਲਾਂ ਰਗੜਦਾ ਰਹਿ ਜਾਂਦਾ ਹੈ ਕੋਰਟ ਦੇ ਆਸੇ-ਪਾਸੇ, ਪੁਲਿਸ ਦੇ ਆਸੇ-ਪਾਸੇ। ਬੁਜ਼ੁਰਗਾ ਲੋਕਤੰਤਰ ਸਮਾਜ ਨੂੰ ਦੋ ਵਰਗਾਂ ਦੇ ਵਿੱਚ ਵੰਡ ਦਿੰਦਾ ਹੈ। ਜਿਹੜਾ ਬਿਊਰੀਗੇਰੀਅਸ ਡੈਮੋਕ੍ਰੇਸੀ ਹੈ ਡਿਵਾਈਡਡ ਦ ਸੋਸਾਇਟੀ ਇਨਟੂ ਦ ਟੂ ਕਲਾਸਿਸ। ਅਮੀਰ, ਗਰੀਬ, ਛੋਟਾ ਬੜਾ, ਮਾਲਕ, ਨੌਕਰ, ਇਹ ਸਾਰਾ ਜਿਹੜਾ ਚੀਜ਼ ਨੇ, ਇਹ ਸਾਰਾ ਸਮਾਜ ਜਿਹੜਾ ਹੈਗਾ ਇਹ ਦੋ ਪਾਰਟਸ ਦੇ ਵਿੱਚ ਕੌਣ ਡਿਵਾਈਡ ਕਰਦਾ ਹੈ, ਪੂੰਜੀਪਤੀ ਸਮਾਜ ਜਿਹੜਾ ਹੈਗਾ ਉਹ ਡਿਵਾਈਡ ਕਰਦਾ ਹੈ। ਬਜ਼ੁਰਗਾ ਲੋਕਤੰਤਰ ਜਾਲੀ ਲੋਕਤੰਤਰ ਹੈ, ਕਿਉਂਕਿ ਉਹ ਕਹਿੰਦਾ ਬਜ਼ੁਰਗਾ ਲੋਕਤੰਤਰ ਦੇ ਵਿੱਚ ਸਿਰਫ ਇੱਕ ਦਿਖਾਵਾ ਮਾਤਰ ਹੈ, ਸਿਰਫ ਇੱਕ ਕਲਪਨਾ ਹੈ ਕਿ ਲੋਕਤੰਤਰ ਹੈ, ਜਦ ਕਿ ਇਹ ਲੋਕਤੰਤਰ ਸਿਰਫ ਔਰ ਸਿਰਫ ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ। ਸੋ ਦਿਸ ਇਜ਼ ਦਾ ਰੀਜ਼ਨ ਕਿ ਉਹ ਜਿਹੜਾ ਹੈਗਾ ਕੈਪੀਟਲਿਸਟਿਕ ਸਮਾਜ ਦੇ ਬਿਲਕੁਲ ਅਗੇਂਸਟ ਹੈ। ਇਹ ਹਜੇ ਤੱਕ ਬੇਟਾ ਆਪਾਂ ਇੰਨੀਆਂ ਕੀਤੀਆਂ ਨੇ। ਉਸ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਨੇ, ਇਸ ਦੇ ਵਿੱਚ ਤੁਸੀਂ ਕਨਕਲੂਜਨ ਦੇ ਵਿੱਚ ਲਿਖਾਂਗੇ ਕਿ ਮਾਰਕਸਵਾਦੀਆਂ ਦਾ ਵਿਚਾਰ ਹੈ ਕਿ ਪੂੰਜੀਵਾਦੀ ਲੋਕਤੰਤਰ ਨਿਰਾ ਦਿਖਾਵਾ ਅਤੇ ਅੰਡੰਬਰ ਹੈ, ਕਿਉਂਕਿ ਇਸ ਦੇ ਵਿੱਚ ਕੇਵਲ ਔਰ ਕੇਵਲ ਪੂੰਜੀਪਤੀ ਵਰਗ ਜਿਹੜਾ ਕਿ ਘੱਟ ਗਿਣਤੀ ਵਿੱਚ ਹੁੰਦਾ ਹੈ ਉਹਨਾਂ ਦੀ ਰਾਖੀ ਕੀਤੀ ਜਾਂਦੀ ਹੈ ਅਤੇ ਮਜ਼ਦੂਰ ਵਰਗ ਜਿਹੜਾ ਬਹੁਤ ਮਾਤਰਾ ਦੇ ਵਿੱਚ ਹੁੰਦਾ ਹੈ ਉਹਨਾਂ ਦੇ ਹਿੱਤਾਂ ਨੂੰ ਬੇਰਹਿਮੀ ਦੇ ਨਾਲ ਦਬਾਇਆ ਅਤੇ ਕੁਚਲਿਆ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਮਜ਼ਦੂਰ ਵਰਗ ਦੀ ਤਾਨਾਸ਼ਾਹੀ, ਡਿਕਟੇਟਰਸ਼ਿਪ ਆਫ ਦ ਮਜ਼ਦੂਰ ਵਰਗ। ਹੁਣ ਉਹ ਕਹਿੰਦਾ ਹੈ ਕਿ ਕੈਪੀਟਲਿਸਟਿਕ ਜਿਹੜੀ ਸਟੇਟ ਹੈ ਉਸ ਤੋਂ ਬਾਅਦ ਆਉਂਦਾ ਹੈ ਮਜ਼ਦੂਰ ਵਰਗ। ਮਜ਼ਦੂਰ ਵਰਗ ਜਿਹੜਾ ਹੈਗਾ ਉਹਦੇ ਉਸ ਸਮਾਜ ਦੀ ਵਿਆਖਿਆ ਕੀ ਕਰਦਾ ਹੈ ਕਿ ਉਹ ਇਹ ਕਹਿੰਦਾ ਹੈ ਕਿ ਕਦੇ ਨਾ ਕਦੇ ਗਰੀਬ ਜਿਹੜਾ ਹੈਗਾ ਉਹਦੀ ਲਿਮਿਟਸ ਜਿਹੜੀ ਹੈਗੀ ਉਹ ਕ੍ਰੋਸ ਹੋ ਜਾਂਦੀ ਹੈ। ਜਦੋਂ ਪੂੰਜੀਪਤੀ ਸਮਾਜ ਆਪਣੀਆਂ ਸੀਮਾਵਾਂ ਨੂੰ ਹੱਦ ਕਰਕੇ ਗਰੀਬ ਦਾ ਸ਼ੋਸ਼ਣ ਕਰਦਾ ਤਾਂ ਕਦੇ ਨਾ ਕਦੇ ਜਿਹੜੀ ਹੈਗੀ ਹੈ ਮਜ਼ਦੂਰਾਂ ਦੀ ਜਿਹੜੀ ਲਿਮਿਟ ਹੈ, ਬਰਦਾਸ਼ਤ ਕਰਨ ਦੀ ਤਾਕਤ ਹੈ, ਉਹ ਖਤਮ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਕੀ ਹੁੰਦਾ ਹੈ, ਉਹ ਹੌਲੀ ਹੌਲੀ ਮਜ਼ਦੂਰਾਂ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਂਦੀ ਹੈ ਜਦੋਂ ਉਹ ਬਰਦਾਸ਼ਤ ਕਰਨਾ ਖਤਮ ਕਰਦੇ ਨੇ। ਪੂੰਜੀਪਤੀ ਦੇ ਖਾਤਮੇ ਦੇ ਲਈ ਤਾਨਾਸ਼ਾਹੀ ਜ਼ਰੂਰੀ ਹੈ। ਡਿਕਟੇਟਰਸ਼ਿਪ ਇਜ਼ ਦਾ ਅਸੈਂਸ਼ੀਅਲ ਟੂ ਦਾ ਐਂਡ ਆਫ ਦੀ ਕੈਪੀਟਲਿਜ਼ਮ। ਸਮਾਜਵਾਦੀ ਕ੍ਰਾਂਤੀ ਦੇ ਪਿੱਛੇ ਸੱਦਾ ਮਜ਼ਦੂਰ ਵਰਗ ਦੇ ਹੱਥਾਂ ਦੇ ਵਿੱਚ ਆਏਗੀ, ਉਹ ਆਪਣੀ ਤਾਨਾਸ਼ਾਹੀ ਸਮਾਪਤ ਕਰ ਲਏਗਾ। ਮਜ਼ਦੂਰ ਵਰਗ ਦੀ ਤਾਨਾਸ਼ਾਹੀ ਪੂੰਜੀਪਤੀ ਅਤੇ ਪੂੰਜੀਵਾਦ ਦੇ ਦਲਾਲਾਂ ਦੇ ਖਾਤਮੇ ਦੇ ਲਈ ਜ਼ਰੂਰੀ ਹੈ। ਯਾਨੀ ਕਿ ਅਗਰ
ਮਾਰਕਸਵਾਦ ਇਹ ਕਹਿੰਦਾ ਹੈ ਕਿ ਜੇਕਰ ਅਸੀਂ ਪੂੰਜੀਵਾਦ ਨੂੰ ਖਤਮ ਕਰਨਾ ਹੈ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਮਜ਼ਦੂਰ ਜਿਹੜਾ ਵਰਗ ਹੈ ਉਹ ਇਕਜੁੱਟ ਹੋ ਕੇ ਪੂੰਜੀਪਤੀਆਂ ਦੇ ਖਿਲਾਫ ਜਿਹੜਾ ਹੈਗਾ ਉਹ ਨਾਅਰੇਬਾਜ਼ੀ ਕਰੇ, ਪੂੰਜੀਪਤੀਆਂ ਦੇ ਖਿਲਾਫ ਕ੍ਰਾਂਤੀ ਜਿਹੜੀ ਹੈਗੀ ਉਹ ਲੈ ਕੇ ਆਏ। ਮਜ਼ਦੂਰ ਵਰਗ ਦੀ ਤਾਨਾਸ਼ਾਹੀ ਅਸਲੀ ਲੋਕਤੰਤਰ ਹੈ। ਜਦੋਂ ਮਜ਼ਦੂਰ ਵਰਗ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਲੈਣਗੇ ਪੂੰਜੀਪਤੀਆਂ ਦੇ ਉੱਪਰ, ਉਹ ਅਸਲੀ ਲੋਕਤੰਤਰ ਹੋਏਗਾ, ਕਿਉਂਕਿ ਉਸ ਟਾਈਮ ਕੋਈ ਵੀ ਪੂੰਜੀਪਤੀ ਗਰੀਬਾਂ ਦਾ ਸ਼ੋਸ਼ਣ ਨਹੀਂ ਕਰੇਗਾ ਔਰ ਗਰੀਬ ਜਿਹੜਾ ਹੈਗਾ ਉਹ ਆਪਣੇ ਹੱਕਾਂ ਦੇ ਲਈ ਲੜੇਗਾ। ਮਜ਼ਦੂਰ ਵਰਗ ਦੀ ਤਾਨਾਸ਼ਾਹੀ ਦਮਨ ਹੀ ਨਹੀਂ ਹੈ। ਇਹ ਸੋਚਣਾ ਵੀ ਗਲਤ ਹੋਏਗਾ ਕਿ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਨਿਰੀ ਦਮਨ ਤੇ ਆਧਾਰਿਤ ਹੈ। ਇਸ ਦਾ ਉਦੇਸ਼ ਕੇਵਲ ਔਰ ਕੇਵਲ ਖੂਨ ਖਰਾਬਾ ਨਹੀਂ, ਸਗੋਂ ਜਨ ਕਲਿਆਣ ਵੀ ਹੈ, ਕਿਉਂਕਿ ਜੇਕਰ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਸਥਾਪਿਤ ਹੋਏਗੀ ਤਾਂ ਹੀ ਇਹ ਸਮਾਜ ਜਿਹੜਾ ਹੈਗਾ ਕਲਿਆਣਕਾਰੀ ਰਾਜ ਬਣੇਗਾ, ਅਦਰਵਾਈਜ਼ ਨਹੀਂ। ਇਹ ਇੱਕ ਅਸਥਾਈ ਵਿਵਸਥਾ ਹੈ। ਇਟ ਇਜ਼ ਦ ਟ੍ਰਾਂਜ਼ੀਸ਼ਨਲ ਪੀਰੀਅਡ ਮੀਨਸ ਇਹ ਕੁਝ ਸਮੇਂ ਲਈ ਹੋਏਗਾ, ਤਾਨਾਸ਼ਾਹੀ ਕੁਝ ਸਮੇਂ ਲਈ ਹੋਏਗੀ, ਕਿਉਂਕਿ ਜਦ ਸਾਰਾ ਕੁਝ ਸਮੂਥ ਹੋ ਜਾਏਗਾ, ਸਾਰਾ ਕੁਝ ਇਕੁਅਲ ਚੱਲਣ ਲੱਗ ਪਏਗਾ, ਉਦੋਂ ਸਾਰਾ ਜਿਹੜਾ ਦੇਸ਼ ਹੈ, ਉਹ ਜਿਹੜਾ ਸਾਰਾ ਸਮਾਜ ਹੈ, ਉਹ ਜਨ ਕਲਿਆਣ ਜਿਹੜਾ ਹੈਗਾ ਉਸ ਦੇ ਰੂਪ ਦੇ ਵਿੱਚ ਬਦਲ ਜਾਏਗਾ। ਕੇਵਲ ਸਮਾਜਵਾਦੀ ਦਲ ਦੀ ਹੋਂਦ। ਮਾਰਕਸਵਾਦੀਆਂ ਦੇ ਅਨੁਸਾਰ ਸਮਾਜਵਾਦੀ ਕ੍ਰਾਂਤੀ ਦੇ ਪਿੱਛੋਂ ਕੇਵਲ ਅਜਿਹੇ ਰਾਜਨੀਤਿਕ ਦਲ ਦੀ ਜ਼ਰੂਰਤ ਹੋਏਗੀ ਜੋ ਕੇਵਲ ਔਰ ਕੇਵਲ ਸਮਾਜਵਾਦ ਦੇ ਲਈ ਕੰਮ ਕਰਦੇ ਨੇ, ਜਿਨ੍ਹਾਂ ਦਾ ਮੋਟਿਵ ਸਿਰਫ ਔਰ ਸਿਰਫ ਸਮਾਜ ਕਲਿਆਣ ਹੋਏਗਾ, ਜਿਨ੍ਹਾਂ ਦਾ ਮੋਟਿਵ ਇਹੋ ਜਿਹੇ ਸਮਾਜ ਦੀ ਸਥਾਪਨਾ ਕਰਨਾ ਹੋਏਗਾ ਜਿਸ ਦੇ ਵਿੱਚ ਮਜ਼ਦੂਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਮਨਕਾਰੀ ਕੰਮ ਜਿਹੜਾ ਹੈਗਾ ਉਹ ਨਹੀਂ ਹੋਏਗਾ। ਮਜ਼ਦੂਰ ਵਰਗ ਦੀ ਤਾਨਾਸ਼ਾਹੀ ਦੇ ਦੌਰਾਨ ਅਰਥ ਵਿਵਸਥਾ। ਇਕਨੋਮਿਕ ਸਿਸਟਮ ਡਿਊਰਿੰਗ ਦ ਡਿਕਟੇਟਰਸ਼ਿਪ ਆਫ ਦ ਪ੍ਰੋਟੇਰੀਅਲ। ਮਜ਼ਦੂਰ ਵਰਗ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਣ ਦੇ ਨਾਲ ਨਾਲ ਉਤਪਾਦਨ ਅਤੇ ਵੰਡ ਦੇ ਸਾਧਨਾਂ ਦਾ ਰਾਸ਼ਟਰੀਕਰਨ ਕੀਤਾ ਜਾਏਗਾ। ਆਰਥਿਕ ਯੋਜਨਾਬੰਦੀ, ਜਿਸ ਨੂੰ ਇਕਨੋਮਿਕ ਪਲੈਨਿੰਗ ਦੁਆਰਾ ਉਤਪਾਦਨ ਵਿੱਚ ਵਾਧਾ ਹੋ ਪਾਏਗਾ। ਮਜ਼ਦੂਰ ਹੜਤਾਲਾਂ ਵੱਲੋਂ ਹਟ ਕੇ ਆਪਣਾ ਪੂਰਾ ਧਿਆਨ ਉਤਪਾਦਨ ਵੱਲ ਲਗਾਉਣਗੇ। ਹਰ ਵਿਅਕਤੀ ਲਈ ਕੰਮ ਕਰਨਾ ਜ਼ਰੂਰੀ ਹੋਏਗਾ, ਜਿਹੜਾ ਕੰਮ ਨਹੀਂ ਕਰੇਗਾ ਉਹ ਖਾਏਗਾ ਵੀ ਨਹੀਂ। ਉਤਪਾਦਨ ਲਾਭ ਦੀ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ ਨਹੀਂ, ਸਗੋਂ ਕਿ ਜਨ ਕਲਿਆਣ ਨੂੰ ਮੁੱਖ ਰੱਖ ਕੇ ਕੀਤਾ ਜਾਏਗਾ। ਕੁਆਇਟ ਆਬਵੀਅਸ ਉਹ ਕਹਿੰਦਾ ਹੈ ਕਿ ਜਦੋਂ ਮਜ਼ਦੂਰਾਂ ਦੀ ਤਾਨਾਸ਼ਾਹੀ ਹੋਏਗੀ ਤਾਂ ਉਦੋਂ ਮਜ਼ਦੂਰ ਹੜਤਾਲ ਨਹੀਂ ਕਰਨਗੇ ਔਰ ਉਹਨਾਂ ਦਾ ਸਾਰਾ ਧਿਆਨ ਕਿਸ ਦੇ ਵਿੱਚ ਹੋਏਗਾ, ਉਤਪਾਦਨ ਕਰਨ ਦੇ ਵਿੱਚ ਹੋਏਗਾ। ਠੀਕ ਹੈ। ਮਜ਼ਦੂਰ ਵਰਗ ਦੀ ਤਾਨਾਸ਼ਾਹੀ ਦੇ ਦੌਰਾਨ ਰਾਜਨੀਤਿਕ ਪ੍ਰਣਾਲੀ ਕਿਹੋ ਜਿਹੀ ਹੋਏਗੀ। ਮਜ਼ਦੂਰ ਵਰਗ ਦਾ ਪੱਛਮੀ ਦੇਸ਼ਾਂ ਦੇ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਤਿਨਿਧਾਤਮਕ ਸੰਸਥਾਵਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੈ, ਕਿਉਂਕਿ ਇਹਨਾਂ ਨੂੰ ਅਮੀਰਾਂ ਦੇ ਹੱਥਾਂ ਦੀ ਠੋਕੇ ਮੰਨਦੇ ਹਨ। ਮਾਰਕਸਵਾਦੀਆਂ ਅਨੁਸਾਰ ਸਮਾਜਵਾਦੀ ਦੇਸ਼ਾਂ ਦੇ ਵਿੱਚ ਕਾਨੂੰਨਾਂ ਦਾ ਨਿਰਮਾਣ ਕਰਨ ਵਾਲੀਆਂ ਸੰਸਥਾਵਾਂ ਮਜ਼ਦੂਰ ਅਤੇ ਕਿਸਾਨਾਂ ਦੇ ਪ੍ਰਤੀਨਿਧੀ ਸ਼ਾਮਿਲ ਕੀਤੇ ਜਾਣਗੇ। ਉਹ ਇਹ ਕਹਿੰਦਾ ਹੈ ਕਿ ਰਾਜਨੀਤਿਕ ਦਲ ਕਿਹੋ ਜਿਹੇ ਹੋਣਗੇ, ਇਹਦੇ ਵਿੱਚ ਉਹ ਪ੍ਰਤੀਨਿਧੀ ਹੋਣਗੇ ਜੋ ਮਜ਼ਦੂਰ ਔਰ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨਗੇ, ਨਾ ਕਿ ਉਹਨਾਂ ਦੇ ਖਿਲਾਫ ਦੀ ਗੱਲ ਕਰਨਗੇ। ਵਿਚਾਰਾਤਮਕ ਅਤੇ ਸੱਭਿਆਚਾਰਕ ਆਧਾਰ ਕੀ ਹੋਏਗਾ ਕਿ ਸਿਰਫ ਔਰ ਸਿਰਫ ਸਮਾਜਵਾਦ ਨੂੰ ਪ੍ਰਚਾਰ ਕਰਨ ਦੇ ਲਈ ਹੋਏਗਾ, ਸਮਾਜਿਕ ਕਲਿਆਣ ਦੇ ਲਈ ਹੋਏਗਾ। ਅਖਬਾਰ, ਰੇਡੀਓ, ਟੈਲੀਵਿਜ਼ਨ ਸਿਰਫ ਔਰ ਸਿਰਫ ਕਿਹਦੇ ਹੱਕਾਂ ਦੀ ਗੱਲ ਕਰਨਗੇ, ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨਗੇ। ਸੋ ਦਿਸ ਇਜ਼ ਦਾ ਮਜ਼ਦੂਰਾਂ ਦੀ ਤਾਨਾਸ਼ਾਹੀ। ਉਸ ਤੋਂ ਬਾਅਦ ਥਰਡ ਸਟੇਜ ਆਉਂਦੀ ਹੈ ਸਮਾਜਵਾਦੀ ਲੋਕਤੰਤਰ, ਸੋਸ਼ਲਿਸਟਿਕ ਡੈਮੋਕ੍ਰੇਸੀ। ਸੋਸ਼ਲਿਸਟਿਕ ਡੈਮੋਕ੍ਰੇਸੀ ਜਦੋਂ ਪੂੰਜੀਵਾਦੀ ਖਤਮ ਹੋ ਜਾਏਗਾ, ਜਦੋਂ ਪੂੰਜੀਵਾਦ ਸਮਾਜ ਖਤਮ ਹੋ ਜਾਏਗਾ ਔਰ ਮਜ਼ਦੂਰ ਵਰਗ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਲੇਗਾ, ਮਜ਼ਦੂਰ ਵਰਗ ਪੂੰਜੀਪਤੀ ਨੂੰ ਖਤਮ ਕਰ ਦੇਗਾ, ਉਸ ਤੋਂ ਬਾਅਦ ਆਏਗੀ ਸਮਾਜਵਾਦੀ ਲੋਕਤੰਤਰ, ਯਾਨੀ ਕਿ ਸੋਸ਼ਲਿਸਟਿਕ ਸਟੇਟ ਆਏਗੀ। ਠੀਕ ਹੈ, ਜਿਸ ਦੇ ਅਨੁਸਾਰ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਪੂੰਜੀਪਤੀ ਅਤੇ ਨਾਮਵਾਦੀ ਲੋਕਤੰਤਰ ਦੇ ਵਿਚਾਰਾਂ ਦੇ ਵਿੱਚ ਅਸਥਾਈ ਵਿਵਸਥਾ ਹੈ। ਸਮਾਜਵਾਦ ਦੇ ਪੂਰਨ ਵਿਕਾਸ ਨਾਲ ਅਪਰਾਧ ਦੀ ਭਾਵਨਾ ਖਤਮ ਹੋ ਜਾਏਗੀ, ਪੁਲਿਸ ਅਤੇ ਜੇਲ੍ਹਾਂ ਆਦਿ ਆਪਣੇ ਆਪ ਵਿਅਰਥ ਹੋ ਜਾਣਗੀਆਂ। ਕੁਆਇਟ ਆਬਵੀਅਸ ਉਹ ਇਹ ਕਹਿੰਦਾ ਹੈ ਕਿ ਇਹੋ ਜਿਹੇ ਸਮਾਜ ਦੀ ਸਥਾਪਨਾ ਹੋਏਗੀ ਜਿੱਥੇ ਪੁਲਿਸ ਵੀ ਨਹੀਂ ਹੋਏਗੀ, ਜੇਲ੍ਹਾਂ ਵੀ ਨਹੀਂ ਹੋਣਗੀਆਂ, ਜ਼ਬਰਦਸਤੀ ਨਹੀਂ ਹੋਏਗੀ, ਹਿੰਸਾ ਨਹੀਂ ਹੋਏਗੀ, ਕਿਉਂਕਿ ਸਾਰਾ ਸਮਾਜ ਕਲਿਆਣਕਾਰੀ ਸਮਾਜ ਬਣ ਜਾਏਗਾ, ਸਭ ਆਪਣਾ ਆਪਣਾ ਕੰਮ ਕਰਨਗੇ। ਤੋ ਇਸ ਕਰਕੇ ਉਹ ਕਹਿੰਦਾ ਹੈ ਕਲਾਸਲੈਸ ਸੁਸਾਇਟੀ ਹੋਏਗੀ, ਕੋਈ ਵਰਗ ਨਹੀਂ ਹੋਏਗਾ, ਔਰ ਸਟੇਟਲੈਸ ਸੁਸਾਇਟੀ ਹੋਏਗੀ ਜਿੱਥੇ ਸਟੇਟ ਦੀ ਰਾਜ ਦੀ ਕੋਈ ਜ਼ਰੂਰਤ ਹੀ ਨਹੀਂ ਪੈ ਜਾਏਗੀ। ਸੋ ਦੀਜ਼ ਆਰ ਦਿਸ 3 ਸਟੇਜਿਸ ਜਿਹਦੀ ਉਹਦੀ ਗੱਲ ਕੀਤੀ ਹੈ। ਨੈਕਸਟ ਜਿਹੜਾ ਹੈਗਾ ਕਰੈਕਟਰ ਸਕੈਚਿਸ ਆਫ ਦਾ ਮਾਰਕਸਿਸਟ ਡੈਮੋਕ੍ਰੇਸੀ, ਇਹ ਆਪਾਂ ਨੈਕਸਟ ਚੈਪਟਰ ਦੇ ਵਿੱਚ ਕਰਾਂਗੇ। ਫਿਲਹਾਲ ਤੁਸੀਂ ਇੱਥੇ ਤੱਕ ਹੀ ਕਰਨਾ, ਠੀਕ ਹੈ।